ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਫਿਰ ਹੁਣ ਗੱਲਾਂ ਬਾਤਾਂ ਕਰੀਏ ਕੁਝ ਲੋਕਲ ਨਿਊਜ਼ ਦੇ ਨਾਲ, ਜਿੱਥੇ ਸਰਦਾਰ ਸਤਪਾਲ ਸਿੰਘ ਜੌਲ ਸਾਡੇ ਨਾਲ ਹਾਜ਼ਰ ਨੇ। ਜੌਲ ਸਾਹਿਬ, ਵੈਰੀ ਗੁੱਡ ਮਾਰਨਿੰਗ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ। ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਜੀ, ਤੁਹਾਨੂੰ ਵੀ ਜੀ। ਐਂਡ ਕ੍ਰਿਸਮਸ ਨੂੰ ਰਹਿ ਗਏ ਜੀ 2 ਦਿਨ, ਐਂਡ ਆਈ ਹੋਪ ਇਟਸ ਅ ਵਾਈਟ ਕ੍ਰਿਸਮਸ। ਕਿਉਂਕਿ GTA ਵਾਸਤੇ ਅੱਜ ਜਿਹੜੀ ਟਰੈਵਲ ਐਡਵਾਈਜ਼ਰੀ ਆ ਨਾ, ਉਹ ਤੇ ਬਕਾਇਦਾ ਹੈ। ਔਰ ਕਿਹਾ ਜਾ ਰਿਹਾ ਵੀ ਦੇਰ ਸ਼ਾਮ ਤੱਕ, ਰਾਤ ਤੱਕ 5 ਸੈਂਟੀਮੀਟਰ ਤੱਕ ਵੀ ਕਿਤੇ ਕਿਤੇ ਸਨੋ ਜਿਹੜੀ ਨਵੀਂ ਆ ਜਾਣੀ ਆ। ਸੋ ਇਸ ਲਿਹਾਜ਼ ਨਾਲ ਅੱਜ ਜੇ ਸਨੋ ਆ, ਪਰ ਕੱਲ ਨੂੰ ਮੀਂਹ ਕਣੀ ਦੀ ਗੱਲ ਆ, ਪਰਸੋਂ ਨੂੰ ਵੀ ਮੀਂਹ ਕਣੀ ਦੀ ਗੱਲ ਆ। ਸੋ ਸੋਚਿਆ ਜਾ ਰਿਹਾ ਵੀ ਜੇ ਪਰਸੋਂ ਨੂੰ ਟੈਂਪਰੇਚਰ 6 ਡਿਗਰੀ ਸੈਂਟੀਗ੍ਰੇਡ ਹੋ ਗਿਆ ਤੇ ਅੱਜ ਦੀ ਪਈ ਹੋਈ ਸਨੋ ਕ੍ਰਿਸਮਸ ਤੱਕ ਖੁਰ ਵੀ ਸਕਦੀ ਆ। ਸੋ ਲੈਟਸ ਸੀ, ਇੱਕੋ W ਦੀ ਆਪਾਂ ਗੱਲ ਕਰਦੇ ਜਿਹੜਾ ਸਾਡੇ ਵੱਸ ਵਿੱਚ ਨਹੀਂ ਜੀ, ਬਾਕੀ ਦੇ ਸਾਡੇ ਵੱਸ ਵਿੱਚ ਹੈ। AW ਸਾਡੇ ਵੱਸ ਵਿੱਚ ਨਹੀਂ, ਤੇ ਜੋ ਪਹਿਲਾਂ ਵੀ ਤੇਰਾ ਭਾਣਾ ਮਿੱਠਾ ਲੱਗੇ, ਜੋ ਹੋਏਗਾ ਦੇਖਿਆ ਜਾਏਗਾ। ਕ੍ਰਿਸਮਸ ਤੇ ਕ੍ਰਿਸਮਸ ਹੈ, ਤਿਉਹਾਰ ਲੋਕਾਂ ਨੇ ਮਨਾ ਹੀ ਲੈਣਾ। ਬਿਲਕੁਲ ਜੀ। ਤੇ ਲੇਕਿਨ ਕਿ ਵੀ ਉਹ ਚਿੱਟੀ ਚਾਦਰ ਆਲੇ ਦੁਆਲੇ ਚ ਵਿਛੀ ਹੋਵੇ ਤੇ ਜਰਾ ਪਰੰਪਰਾਗਤ ਤੌਰ ਤੇ ਸੋਹਣਾ ਲੱਗਦਾ। ਨਾ ਵੀ ਹੋਈ ਤੇ ਤਿਉਹਾਰ ਤੇ ਲੋਕ ਮਨਾਉਣਗੇ ਜੀ ਪਰਿਵਾਰਾਂ 'ਚ ਬੈਠ ਕੇ। ਬਿਲਕੁਲ ਜੀ। ਇੱਕ ਵਾਰੀ ਫਿਰ ਤੋਂ ਐਡਵਾਂਸ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਕ੍ਰਿਸਮਸ ਦੀਆਂ ਬਹੁਤ ਸਾਰੀਆਂ ਮੁਬਾਰਕਾਂ। ਐਂਡ ਸੈਟਰਡੇ ਵਾਲਾ ਦਿਨ ਹੋਵੇਗਾ ਇਸ ਟਾਈਮ ਕ੍ਰਿਸਮਸ, ਸੋ ਪਲੀਜ਼ behave carefully। 905 813 1320। Alright, PMO ਦੇ ਆਫਿਸ 'ਚ ਕਰੋਨਾ ਐਂਡ PMO's ਆਫਿਸ, ਪਰੰਤੂ ਟਰੂਡੋ ਸਾਹਿਬ ਕਹਿੰਦੇ ਨੇ ਕਿ I have tested negative। ਹਾਂਜੀ, ਕੱਲ ਨਾ ਦੁਪਹਿਰ ਵੇਲੇ ਤੋਂ ਜਾਣੀ ਕਾਫੀ ਚਰਚਾ ਸ਼ੁਰੂ ਹੋ ਗਈ ਸੀਗੀ ਜਸਟਿਨ ਟਰੂਡੋ ਹੋਣਾ ਦੇ ਆਫਿਸ ਦੇ ਵਿੱਚ। ਜਦੋਂ ਪਤਾ ਲੱਗਣਾ ਸ਼ੁਰੂ ਹੋਇਆ ਅਰਸ਼, ਅੱਧੀ ਦਰਜਨ ਤੋਂ ਵੱਧ ਜਾਣੀ ਕਿ ਵੀ ਉਹਨਾਂ ਦੇ ਜਿਹੜੇ ਕਰਮਚਾਰੀ ਆ ਜਾਂ ਜਿਹੜੇ ਸੁਰੱਖਿਆ ਦੇ ਵਿੱਚ ਉਹਨਾਂ ਦੇ ਵਿੱਚ ਲੱਗੇ ਹੋਏ ਅਫੀਸ਼ੀਅਲਸ ਹੈਗੇ ਆ, ਵੀ ਉਹਨਾਂ ਦੇ ਟੈਸਟ ਜਿਹੜੇ ਆ ਪੋਜ਼ੀਟਿਵ ਆਏ ਆ ਜੀ। ਜਿਸ ਤੋਂ ਬਾਅਦ ਫਿਰ ਜਸਟਿਨ ਟਰੂਡੋ ਹੋਣਾ ਨੂੰ ਇਹ ਸਪਸ਼ਟ ਕਰਨਾ ਪਿਆ ਵੀ ਭਾਈ ਮੈਂ ਆਪਣਾ ਟੈਸਟ ਕਰ ਲਿਆ ਤੇ ਮੇਰਾ ਨੈਗੇਟਿਵ ਹੈ। ਇਹਦੇ ਨਾਲ ਹੀ ਉਹਨਾਂ ਨੇ ਕਿਹਾ ਵੀ ਮੈਂ ਆਪਣੇ ਤੇ ਲਗਾਤਾਰ ਜਿਹੜਾ ਵੀ ਖਿਆਲ ਵੀ ਰੱਖਦਾ ਹਾਂ, ਤੇ ਜੇ ਕਿਤੇ ਪੋਜ਼ੀਟਿਵ ਮੇਰਾ ਟੈਸਟ ਹੋਇਆ ਤੇ ਉਹ ਲੋਕਾਂ ਨੂੰ ਜ਼ਰੂਰ ਦੱਸਿਆ ਜਾਊਗਾ ਉਹਦੇ ਬਾਰੇ 'ਚ ਜੀ। ਹੁਣ ਆਪਾਂ ਦੇਖ ਰਹੇ ਹਾਂ ਕਿ ਆਪਣੇ ਵਿਦੇਸ਼ ਮੰਤਰੀ ਮੇਲਾਨੀ ਜੋਲੀ ਆਲਰੇਡੀ ਜਿਹੜੇ ਜੀ ਉਹਨਾਂ ਦਾ ਕੋਵਿਡ ਟੈਸਟ ਜਿਹੜਾ ਪੋਜ਼ੀਟਿਵ ਆਇਆ ਸੀਗਾ, ਤੇ ਅਜੇ ਵੀ ਉਹ ਸੈਲਫ ਆਈਸੋਲੇਸ਼ਨ ਦੇ ਵਿੱਚ ਹੈਗੇ ਆ ਜੀ। ਸੋ ਕੁੱਲ ਮਿਲਾ ਕੇ ਉਹਨਾਂ ਨੇ ਕਿਹਾ ਸੀ, ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕੱਲ੍ਹ, ਵੀ ਜਿਹੜਾ ਇਹ ਕਰੋਨਾ ਵਾਇਰਸ ਹੈ ਆਲੇ ਦੁਆਲੇ ਦੇ ਵਿੱਚ ਇੱਕ ਰੀਅਲ ਥ੍ਰੈਟ ਆ, ਸਾਨੂੰ ਸਾਰਿਆਂ ਨੂੰ ਜਾਣੀ ਮਾਈਂਡਫੁਲ ਹੋਣਾ ਚਾਹੀਦਾ। ਹੁਣ ਕੱਲ੍ਹ ਦਾ ਹੀ ਕੈਨੇਡਾ ਭਰ ਦੇ ਵਿੱਚ ਜੇ ਦੇਖਿਆ ਜਾਵੇ ਵੀ ਜਾਣੀ ਲਗਭਗ 14,500 ਜਿਹੜੇ ਨਵੇਂ ਕੇਸ ਆਏ ਹਨਾ, ਜਿਹੜੇ 4,000 ਤੋਂ ਵੱਧ ਓਨਟਾਰੀਓ ਦੇ ਵੀ ਸ਼ਾਮਲ ਸੀਗੇ, ਤੇ ਸਾਰੇ ਦੇਸ਼ ਦੇ ਵਿੱਚ ਜਾਣੀ 27 ਮਰੀਜ਼ਾਂ ਦੀ ਕੱਲ੍ਹ ਜਾਨ ਵੀ ਕਰੋਨਾ ਵਾਇਰਸ ਦੇ ਕਰਕੇ ਗਈ ਹੈ। ਤੇ ਹੁਣ ਕੈਨੇਡਾ ਜਾਣੀ ਕਿ ਪਾਰ ਕਰ ਚੁੱਕੇ ਆ ਜਿਹੜੀਆਂ 30,000 ਤੋਂ ਜ਼ਿਆਦਾ ਜਾਨਾਂ ਗਈਆਂ ਨੇ। ਕੁੱਲ ਮਿਲਾ ਕੇ ਜਾਣੀ 30,112 ਜਿਹੜੇ ਕੋਵਿਡ ਕਰਕੇ ਮਰੀਜ਼ਾਂ ਦੀਆਂ ਜਾਨਾਂ ਗਈਆਂ ਆ। ਤੇ ਆਪਣੇ ਇੱਥੇ ਆਲੇ ਦੁਆਲੇ ਦੇ ਵਿੱਚ ਜਿੱਦਾਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕਹਿ ਰਿਹਾ ਵੀ ਆਲੇ ਦੁਆਲੇ 'ਚ ਕਰੋਨਾ ਹੈਗਾ, ਬਰੈਂਪਟਨ 'ਚ ਵੀ ਹੈਗਾ, ਮਿਸੀਸਾਗਾ 'ਚ ਵੀ ਹੈਗਾ। ਬਰੈਂਪਟਨ 'ਚ ਇਸ ਵੇਲੇ 204 ਜਿਹੜੇ ਮਰੀਜ਼ ਮੌਜੂਦ ਆ ਜੀ ਕਰੋਨਾ ਵਾਇਰਸ ਦੇ। ਮਿਸੀਸਾਗਾ ਦੇ ਵਿੱਚ ਵੀ 468 ਦੇ ਕਰੀਬ ਜਿਹੜੇ ਆ ਮਰੀਜ਼ ਉਹ ਮੌਜੂਦ ਆ ਕਰੋਨਾ ਵਾਇਰਸ ਦੇ। ਇੱਦਾਂ ਹੀ ਕੈਨੇਡਨ ਦੇ ਵਿੱਚ ਵੀ। ਸੋ ਸਾਰੇ ਪਾਸੇ ਆਲੇ ਦੁਆਲੇ ਦੇ ਵਿੱਚ ਮੌਜੂਦ ਆ, ਤੇ ਆਲੇ ਦੁਆਲੇ ਦੇ ਵਿੱਚ ਜਾਣੀ ਕਿ ਜਿਹੜਾ ਇਹ ਟੀਕੇ ਲਾਉਣ ਦਾ ਕੰਮ ਵੀ ਜਾਰੀ ਹੈ। ਜ਼ਿਆਦਾ ਪ੍ਰੈਫਰ ਇਹ ਕੀਤਾ ਜਾ ਰਿਹਾ ਵੀ ਜਿਹੜੇ 5 ਤੋਂ ਲੈ ਕੇ 11 ਸਾਲ ਦੇ ਬੱਚੇ ਆ ਨਾ, ਉਹਨਾਂ ਨੂੰ ਪਹਿਲ ਦੇ ਆਧਾਰ ਤੇ ਲੱਗ ਜੇ, ਜਾਂ ਫਿਰ ਜਿਹੜਾ ਬੂਸਟਰ ਸ਼ਾਟ ਆ ਜਾਣੀ ਭਾਵੇਂ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਲਗਾ ਸਕਦੇ ਆ, ਪਰ ਰਸ਼ ਬਹੁਤ ਹੋਣ ਕਰਕੇ ਜਾਣੀ ਪਹਿਲ ਜਿਹੜੀ ਆ ਉਹ 50 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਅਜੇ ਵੀ ਦਿੱਤੀ ਜਾ ਰਹੀ ਆ ਬੂਸਟਰ ਸ਼ਾਟ ਦੇ ਵਾਸਤੇ ਜੀ। ਬਾਕੀ ਦੇ ਜਿਹੜੇ ਜਾਣੀ ਵਿਚਕਾਰਲੀ ਏਜ ਵਾਲੇ 18 ਤੋਂ ਲੈ ਕੇ 49 ਤੱਕ ਵੀ ਉਹ ਦੀ ਹਾਲ ਦੀ ਘੜੀ ਥੋੜਾ ਆਪਣਾ ਖਿਆਲ ਆਪ ਰੱਖ ਲੈਣ ਆਲੇ ਦੁਆਲੇ ਦੇ ਵਿੱਚ, ਤੇ ਜੇ ਚਲੋ ਅਪੁਆਇੰਟਮੈਂਟ ਮਿਲ ਜਾਏ ਤੇ ਟੀਕਾ ਲਵਾ ਲੈਣ। ਤੇ ਜਿਹੜੇ ਜਾਣੀ ਕਿ ਜ਼ਿਆਦਾ ਇਹ ਬੱਚਿਆਂ ਵੱਲ ਇਸ ਵੇਲੇ ਜ਼ੋਰ ਦਿੱਤਾ ਜਾ ਰਿਹਾ, ਕਿਉਂਕਿ ਸਕੂਲ ਗਾਂ ਜਾ ਕੇ ਖੁੱਲ੍ਹਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ। ਬੈਕ ਨੇ ਭਾਵੇਂ ਇੱਕ ਹਫ਼ਤਾ ਹੋਰ ਲਿਆ, ਤੇ ਇੱਕ ਉਹਨਾਂ ਨੇ 10 ਜਨਵਰੀ ਤੱਕ ਕੈਂਸਲ ਕਰ ਦਿੱਤੀਆਂ ਕਲਾਸਾਂ ਜੀ। ਬਟ ਲੈਟਸ ਸੀ, ਓਨਟਾਰੀਓ ਦੇ ਵਿੱਚ ਅਜੇ ਇਹਨਾਂ ਨੇ ਡਿਸਾਈਡ ਨਹੀਂ ਕੀਤਾ, ਪਰ ਅੱਜ ਦੇ ਮੁਤਾਬਕ ਇੱਕ ਵਾਰ ਫੇਰ ਆ ਵੀ ਓਮਿਕਰੋਨ ਜਿਹੜਾ ਓਨਾ ਘਾਤਕ ਨਹੀਂ ਹੈ। ਤੇ ਬੱਚਿਆਂ ਦੇ ਵਾਸਤੇ ਖਾਸ ਤੌਰ 'ਤੇ ਵੀ ਬੱਚਿਆਂ ਦੇ ਵਿੱਚ ਇਹ ਕਿਸੇ ਤਰ੍ਹਾਂ ਦਾ ਆਪਾਂ ਦੇਖ ਨਹੀਂ ਰਹੇ ਕਿ ਓਮਿਕਰੋਨ ਕਰਕੇ ਕੋਈ ਸਥਿਤੀ, ਕੋਈ ਹੋਸਪਿਟਲਾਈਜੇਸ਼ਨ ਜਿਹੜਾ ਉਹ ਵੱਧ ਗਈ ਹੋਵੇ ਜੀ। ਅਦਰਵਾਈਜ਼ ਵੀ ਲੋਕਾਂ ਦੇ ਵਿੱਚ, ਪਰ ਇਹ ਲਾਈਨਅਪ ਜਿਹੜਾ ਕਾਫੀ ਹੋ ਰਿਹਾ ਇਸ ਵੇਲੇ, ਲੋਕ ਆਪਣਾ ਟੈਸਟ ਆਪ ਕਰਨਾ ਚਾਹੁੰਦੇ ਆ, ਟੈਸਟ ਕਿੱਟ ਲੈਣਾ ਚਾਹੁੰਦੇ ਆ, ਤੇ ਉਹ ਟੈਸਟ ਕਿੱਟ ਜਿਹੜੀ ਲੈਣ ਦੇ ਲਈ ਕਈ ਘੰਟੇ ਲੋਕਾਂ ਨੂੰ ਕਈ ਵਾਰੀ ਲਾਈਨਾਂ ਦੇ ਵਿੱਚ ਲੱਗਣਾ ਪੈਂਦਾ। ਪਰ ਇਹਦੇ ਨਾਲ ਹੀ ਆਪਾਂ ਦੇਖਿਆ ਜੀ ਕਿ ਬੈਕ ਦੇ ਵਿੱਚ, ਓਨਟਾਰੀਓ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਥਾਂ ਤੇ ਜਿਹੜੀਆਂ ਗਵਰਨਮੈਂਟ ਨੇ ਇਹ ਜਿਹੜੀਆਂ ਰੈਸਟ੍ਰਿਕਸ਼ਨਸ ਨੇ ਖਾਸ ਤੌਰ ਤੇ ਨਾਨ ਅਸੈਂਸ਼ੀਅਲ ਬਿਜ਼ਨਸਿਸ ਦੇ ਉੱਤੇ ਦੁਬਾਰਾ ਫੇਰ ਲਾਈਆਂ। ਬਿਲਕੁਲ ਲੋਕਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਵੀ ਭਾਈ ਘਰੋਂ ਬਾਹਰ ਨਾ ਨਿਕਲੋ, ਜੇ ਨਹੀਂ ਲੋੜ ਤੇ ਦੇਸ਼ ਛੱਡ ਕੇ ਜਾਣ ਦੀ ਗੱਲ ਤੇ ਸੋਚੀ ਵੀ ਨਾ ਜਾਏ। ਇਸ ਸਮੇਂ ਅਜੇ ਆ ਜਿਹੜਾ ਜੀ ਕਿ ਸਰਕਾਰੀ
ਆਪਣੇ ਤੇ ਅਫੀਸ਼ੀਅਲਸ ਵੀ ਕਹਿ ਰਹੇ ਆ ਤੇ ਡਾਕਟਰਸ ਵੀ ਦੱਸ ਰਹੇ ਆ ਵੀ ਦੇਸ਼ ਚੋਂ ਬਾਹਰ ਜਾਣ ਬਾਰੇ ਸੋਚੋ ਬਣਾ ਤੇ ਘਰੋਂ ਵੀ ਤਾਂ ਨਿਕਲੋ ਜੇ ਜ਼ਰੂਰੀ ਹੋਵੇ। ਜਦੋਂ ਕੋਵਿਡ ਆਇਆ ਸੀ ਜੌਲ ਸਾਹਿਬ ਉਦੋਂ ਕਾਫੀ ਪੈਕੇजेस ਮਿਲੇ ਸਨ ਸਰਕਾਰ ਵੱਲੋਂ। ਹੁਣ ਇਸ ਵਾਰ ਫਿਰ ਤੋਂ ਕੈਨੇਡਾ ਆਫਰ ਕਰ ਰਹੀ ਹੈ ਜੀ ਲੋਕਡਾਊਨ ਬੈਨੀਫਿਟਸ ਫॉर ਅਫੈਕਟਡ ਵਰਕਰਸ। ਹੁਣ ਅਫੈਕਟਡ ਵਰਕਰਸ ਕਾਫੀ ਬ੍ਰੌਡ ਹੈ ਜੀ, ਇਹਦੇ ਵਿੱਚ ਕੀ ਸ਼ਾਮਲ ਹੈ? ਹਰਸ਼ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਕੋਈ ਤੁਸੀਂ ਕਹਿਣਾ ਵੀ ਇੱਕ ਵਾਰ ਫੇਰ ਇਹਦਾ ਮਤਲਬ ਇਹ ਹੋਇਆ ਵੀ ਜਿਹੜਾ ਗੁਜ਼ਰਿਆ ਜ਼ਮਾਨਾ ਫੇਰ ਆ ਗਿਆ ਜੀ। ਵੈਸੇ ਤੇ ਉਹ ਗੀਤ ਸੀ ਨਾ ਬੜਾ ਮਸ਼ਹੂਰ ਪਈ, ਗੁਜ਼ਰਾ ਹੁਆ ਜ਼ਮਾਨਾ ਆਤਾ ਨਹੀਂ ਦੁਬਾਰਾ। ਹਾਂਜੀ, ਉਹ CERB ਤੇ CRB ਦਾ ਜ਼ਮਾਨਾ ਸੀਗਾ ਜੀ। ਹਾਂਜੀ, ਘਰੇ ਬੈਠਿਆਂ ਮੌਜਾਂ ਸੀ, ਲਹਿਰਾਂ ਬਹਿਰਾਂ ਹੋਈ ਜਾਂਦੀਆਂ ਸੀ। ਮਤਲਬ 4-4 ਜੀਆਂ ਦੀਆਂ ਕਈਆਂ ਨੂੰ ਤਾਂ 10-10 ਹਜ਼ਾਰ ਡਾਲਰ ਘਰੇ ਬੈਠਿਆਂ ਮਿਲਦਾ ਸੀਗਾ। ਤੇ ਉਹ ਜਦੋਂ ਤੋਂ ਜਾਣੀ ਬੰਦ ਹੋਇਆ ਤੇ ਕਾਫੀ ਫਿਰ ਲਹਿਰਾਂ ਬਹਿਰਾਂ ਘਟੀਆਂ ਤੇ ਪਰ ਉਹ ਕਈਆਂ ਨੂੰ ਲੱਗਦਾ ਵੀ ਸ਼ਾਇਦ ਉਹ ਗੁਜ਼ਰਿਆ ਹੋਇਆ ਜ਼ਮਾਨਾ ਫੇਰ ਦੁਬਾਰਾ ਆ ਜਾਏ ਤੇ ਚੰਗੀ ਗੱਲ ਹੈ। ਪਰ ਇਹ ਕਰੋਨਾ ਵਾਇਰਸ ਆਲੇ ਦੁਆਲੇ ਦੇ ਵਿੱਚ ਤਰ੍ਹਾਂ ਦੇ ਵੇਰੀਐਂਟਸ ਲੈ ਕੇ ਫਿਰ ਇਹ ਆ ਜਾਂਦਾ, ਉਹਦੇ ਕਰਕੇ ਵੀ ਇਹ ਕਿਸੇ ਹੱਦ ਤੱਕ ਇਹ ਗੁਜ਼ਰਿਆ ਜ਼ਮਾਨਾ ਵਾਪਸ ਆਉਣ ਦੀ ਗੱਲ ਹੈ। ਵੀ ਜਿਹੜਾ ਇਹ ਕੱਲ੍ਹ ਐਲਾਨ ਕੀਤਾ ਕੈਨੇਡੀਅਨ ਗਵਰਨਮੈਂਟ ਨੇ ਕਿ ਵੀ ਉਹ ਇਹ ਜਿਹੜਾ ਕੈਨੇਡਾ ਲੋਕਡਾਊਨ ਵਰਕਰਸ ਬੈਨੀਫਿਟ ਆ CLWB ਜਿਹਨੂੰ ਕਿਹਾ ਜਾਂਦਾ, ਵੀ ਇਹਦੇ ਵਾਸਤੇ ਜਿਹੜੀ ਐਲੀਜੀਬਿਲਿਟੀ ਆ ਜਾਣੀ ਉਹ ਐਕਸਪੈਂਡ ਕੀਤੀ ਗਈ ਆ। ਵੀ ਉਹਦਾ ਕਹਿ ਲਓ ਵੀ ਦਾਇਰਾ ਘੇਰਾ ਥੋੜ੍ਹਾ ਮੋਕਲਾ ਕੀਤਾ ਗਿਆ ਵੀ ਜ਼ਿਆਦਾ ਲੋਕ ਉਹਦੇ ਵਿੱਚ ਕੁਆਲੀਫਾਈ ਕਰ ਸਕਣ। ਜਿਹੜੀਆਂ ਕਿ ਰਿਸਟ੍ਰਿਕਸ਼ਨਸ ਹੁਣ ਆ ਰਹੀਆਂ ਓਰੀਜਨਲੀ ਉਹਨਾਂ ਦੇ ਕਰਕੇ ਇਹ ਜਿਹੜਾ ਬਿੱਲ ਲਾਸਟ ਵੀਕ ਜਾਣੀ ਕਿ C2 ਪਾਸ ਕੀਤਾ ਸੀਗਾ ਪਾਰਲੀਮੈਂਟ ਦੇ ਵਿੱਚ, ਉਹਦੇ ਵਿੱਚ ਤਾਂ ਇਹ ਸੀਗਾ ਵੀ ਜਿਹੜੇ ਏਰੀਆ ਦੇ ਵਿੱਚ ਜਾਣੀ ਪੂਰਾ ਲੋਕਡਾਊਨ ਲੱਗੂਗਾ ਤਦ ਜਿਹੜੇ ਆ ਵੀ ਇਹ $300 ਪਰ ਵੀਕ ਦਾ ਬੈਨੀਫਿਟ CLW ਹੈਗਾ ਵੀ ਉਹ ਮਿਲ ਸਕਦਾ। ਪਰ ਹੁਣ ਦੇਖ ਰਹੇ ਹਾਂ ਵੀ ਜਾਣੀ ਕਿ 50% ਤੱਕ ਵੀ, ਜਾਂ ਆਪਾਂ ਦੇਖਿਆ ਵੀ ਰਿਸਟ੍ਰਿਕਸ਼ਨਸ ਜਿਹੜੀਆਂ ਆਈਆਂ ਖਾਸ ਤੌਰ 'ਤੇ ਇਹ ਹੋਟਲ ਤੇ ਹੋਸਪਿਟੈਲਿਟੀ ਸੈਕਟਰਸ ਦੇ ਵਿੱਚ, ਉਹਦੇ ਕਰਕੇ ਫਿਰ ਇਹ ਹੋਇਆ ਵੀ ਕਾਫੀ ਸਾਰੇ ਵਰਕਰਸ ਆ ਜਿਹੜੇ ਜੀ ਵੀ ਉਹਨਾਂ ਨੂੰ ਜੋਬ 'ਤੇ ਮਤਲਬ ਜਵਾਬ ਮਿਲਣੇ ਸ਼ੁਰੂ ਹੋ ਗਏ ਵੀ ਜਦੋਂ 50% ਤੋਂ ਜ਼ਿਆਦਾ ਕੈਪੈਸਿਟੀ ਨਹੀਂ ਹੈ। ਅਤੇ ਜਾਂ ਫਿਰ ਜਿਹੜੇ ਬਿਜ਼ਨਸ ਆ ਜੀ ਵੀ ਉਹਨਾਂ ਦਾ ਵੀ ਰੈਂਟ ਦਾ ਅਤੇ ਵੇਜਸ ਦਾ ਲੋਸ ਹੋਣਾ ਜਾਣੀ ਕਿ ਉਸੇ ਵੇਲੇ ਸ਼ੁਰੂ ਹੋ ਜਾਂਦਾ ਜਦੋਂ ਕਿ ਉੱਥੇ ਫਿਰ ਗਾਹਕ ਨਹੀਂ ਜਾਣਾ। ਤਦ ਕਰਕੇ ਇਹ ਹੈ ਜੀ ਵੀ ਜਿਹੜੇ ਇਹ ਸਪੋਰਟ ਪ੍ਰੋਗਰਾਮ ਹੈ ਇਹਨਾਂ ਨੂੰ ਮਤਲਬ ਬਿਜ਼ਨਸ ਦੇ ਜਿਹੜੇ ਵੇਜ ਅਤੇ ਰੈਂਟ ਪ੍ਰੋਗਰਾਮ ਹੈ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਇਹਦੇ ਵਿੱਚ ਰਿਸਟ੍ਰਿਕਸ਼ਨਸ ਘਟਾਈਆਂ ਗਈਆਂ ਕਿ ਜੇ ਉਹਦੇ ਵਿੱਚ ਜਿੰਨੀ ਕੁ ਸਬਸਿਡੀ ਜਾਣੀ ਮਿਲ ਸਕਦੀ ਆ ਉਹ ਡਿਪੈਂਡ ਕਰਦਾ ਵੀ ਕਿੰਨਾ ਕੁ ਰੈਵਨਿਊ ਜਿਹੜਾ ਲੋਸ ਹੋਊਗਾ ਉਹਦੇ ਆਧਾਰ 'ਤੇ ਜਾਣੀ ਸਬਸਿਡੀ ਜਿਹੜੀ ਉਹ 25% ਤੋਂ ਲੈ ਕੇ 70% ਤੱਕ ਹੋ ਸਕਦੀ ਆ। ਪਰ ਜਿਹੜਾ ਇਹ ਵਰਕਰਸ ਦਾ ਬੈਨੀਫਿਟ ਆ ਇਹਦੇ ਵਿੱਚ ਇਹੀ ਆ ਵੀ ਉਹ ਸਾਰੇ ਬਿਜ਼ਨਸਿਸ ਜਿਹੜੇ ਕਿ ਇਹ 50% ਜਾਂ ਉਸ ਤੋਂ ਵੱਧ ਦੀ ਕਪੈਸਿਟੀ ਰਿਸਟ੍ਰਿਕਸ਼ਨਸ ਤੋਂ ਪ੍ਰਭਾਵਿਤ ਆ, ਉਹ ਜਿਹੜੇ ਵਰਕਰਸ ਹੋਣਗੇ ਜਾਣੀ ਐਲੀਜੀਬਲ ਹੋ ਸਕਦੇ ਆ ਇਸ CLWB ਦੇ ਲਈ, ਜਿਹੜਾ ਕਿ ਵੀਕਲੀ $300 ਜਾਂ ਕਹ ਲਓ ਵੀ ਟੈਕਸ ਵੀ ਉਹ 'ਚੋਂ ਕੱਟ ਹੋਣਾ ਤੇ ਫਿਰ $270 ਰਹਿ ਜਾਣੇ ਆ, ਉਹ ਜਿਹੜੇ ਕਲੇਮ ਕੀਤੇ ਜਾ ਸਕਦੇ ਆ। ਤੇ ਇਹ 12 ਫਰਵਰੀ ਤੱਕ ਜਾਣੀ ਕਿ ਇਸੇ ਤਰੀਕੇ ਦੇ ਨਾਲ ਇਹ ਐਕਸਪੈਂਡਡ ਜਿਹੜੀ ਐਲੀਜੀਬਿਲਿਟੀ ਆ ਇਸ ਪ੍ਰੋਗਰਾਮ ਦੇ ਵਿੱਚ ਉਹ ਲਾਗੂ ਰਹੂਗੀ ਜੀ। ਬਹੁਤ ਸਾਰੇ ਲੋਕਾਂ ਨੂੰ ਇਹਦਾ ਕਹ ਲਓ ਵੀ ਹਰੇਕ ਨੂੰ ਘਰੇ ਬੈਠੇ ਨੂੰ ਮਿਲਣੇ ਸ਼ੁਰੂ ਹੋ ਜਾਣੇ, ਜਿਹੜੇ ਇਹਦੇ ਨਾਲ ਜਿਹੜੇ ਅਫੈਕਟਡ ਹੋਣਗੇ ਰਿਸਟ੍ਰਿਕਸ਼ਨਸ ਤੋਂ ਉਹਨਾਂ ਵਾਸਤੇ ਇਹ ਥੋੜ੍ਹਾ ਜਿਹਾ ਰਿਲੀਫ ਹੋਏਗਾ ਜੀ। ਜੌਲ ਸਾਹਿਬ, ਕ੍ਰੈਡਿਟ ਕਾਰਡ ਸਕੈਮਿੰਗਸ ਬਹੁਤ ਹੋ ਰਹੀਆਂ ਨੇ, ਫਰॉड ਕਾਲਸ ਬਹੁਤ ਹੋ ਰਹੇ ਨੇ, ਪਰੰਤੂ ਡਿਸਏਬਲਡ ਕ੍ਰੈਡਿਟ ਕਾਰਡਸ ਵੀ ਹੋ ਰਹੇ ਨੇ ਡਿਊ ਟੂ ਦਾ ਹਾਈ ਅਲਰਟ ਆਫ ਸਕੈਮ ਕਾਲਰਸ। ਬਿਲਕੁਲ ਅਰਸ਼, ਇਸ ਤਰ੍ਹਾਂ ਵੀ ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਵੀ ਕੈਸ਼ ਤੇ ਜਿਹੜੀ ਡਿਪੈਂਡੈਂਸੀ ਆ ਉਹ ਘਟੀ ਹੋਈ ਆ ਇਲੈਕਟ੍ਰੋਨਿਕ ਮੀਡੀਅਮ ਹੋਣ ਦੇ ਕਰਕੇ ਪੇ ਕਰਨ ਦੇ ਲਈ, ਜਿਹਦੇ ਵਿੱਚ ਕਿ ਕ੍ਰੈਡਿਟ ਕਾਰਡ ਦੀ ਗੱਲ ਜਾਂ ਫਿਰ ਡੈਬਿਟ ਕਾਰਡ ਦੀ ਗੱਲ ਬੜੀ ਚੱਲਦੀ ਆ। ਪਰ ਇਹ ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ਜੇ ਏਬਲ ਹੋਣਗੇ ਮਤਲਬ ਕਿ ਵਰਕ ਕਰਦੇ ਹੋਣਗੇ, ਵੀ ਡਿਸਏਬਲ ਨਹੀਂ ਕੀਤੇ ਹੋਣਗੇ ਤਦ ਹੀ ਉਹਦੇ ਨਾਲ ਪੇਮੈਂਟ ਹੋ ਸਕਦੀ ਆ। ਤੇ ਹੁਣ ਜਾਣੀ ਕਿ ਵੀ ਇੱਥੇ ਬਰੈਂਪਟਨ ਮਿਸਿਸਾਗਾ ਦੇ ਵਿੱਚ ਵੀ, ਟੋਰਾਂਟੋ ਏਰੀਆ ਦੇ ਵਿੱਚ ਵੀ ਕਾਫੀ ਸਾਰੇ ਲੋਕਾਂ ਦੀਆਂ ਇਹ ਸ਼ਿਕਾਇਤਾਂ ਬੈਂਕਸ ਨੂੰ ਮਿਲ ਰਹੀਆਂ ਕਿ ਸਾਨੂੰ ਕਾਲ ਆਈ ਸੀ ਕਿ ਸਾਡਾ ਜਿਹੜਾ ਕਾਰਡ ਆ ਇਹ ਕੈਂਸਲ ਕਰ ਦਿੱਤਾ ਵੀ ਜਾਂ ਇਹ ਵਰਕ ਨਹੀਂ ਕਰਦਾ ਤੇ ਵੀ ਕੀ ਗੱਲ ਹੋਈ। ਉਹ ਜਦੋਂ ਚੈੱਕ ਕਰਦੇ ਉਹ ਕਹਿੰਦੇ ਤੂੰ ਕਾਰਡ ਤਾਂ ਤੁਹਾਡਾ ਠੀਕ ਠਾਕ ਆ, ਅਸੀਂ ਤਾਂ ਕੁਛ ਵੀ ਨਹੀਂ ਕੀਤਾ। ਸੋ ਇਸ ਲਿਹਾਜ਼ ਨਾਲ ਜਾਣੀ ਇਹ ਫਿਰ ਸਮਝ ਆਉਂਦੀ ਆ ਵੀ ਕਾਫੀ ਸਾਰੀਆਂ ਫਰॉड ਕਾਲਸ ਜਿਹੜੀਆਂ ਲੋਕਾਂ ਨੂੰ ਇਹ ਕੀਤੀਆਂ ਜਾਂਦੀਆਂ, ਜਿਹਦੇ ਵਿੱਚ ਉਹਨਾਂ ਨੂੰ ਡਰਾਉਣ ਕਹਿ ਲਓ ਕਿ ਉਹਨਾਂ ਦਾ ਤਰਾਹ ਕੱਢਣ ਵਾਲੀ ਗੱਲ ਹੁੰਦੀ ਆ ਵੀ ਤੁਹਾਡੇ ਕਾਰਡ ਜਿਹੜੇ ਆ ਕੈਂਸਲ ਹੋ ਚੁੱਕੇ ਆ ਜੀ। ਇਹ ਦੁਬਾਰਾ ਜਾਣੀ ਕਿ ਜੇ ਰੀਇਨਸਟੇਟ ਕਰਾਉਣੇ ਆ, ਦੁਬਾਰਾ ਏਬਲ ਕਰਾਉਣੇ ਆ ਤੇ ਸਾਨੂੰ ਆਹ ਦਿਓ ਇਨਫੋਰਮੇਸ਼ਨ ਆ।
ਉਹ ਜਦੋਂ ਤੁਸੀਂ ਆਪਣੀ ਪਰਸਨਲ ਇਨਫੋਰਮੇਸ਼ਨ ਦੇ ਦਿਓਗੇ ਤੇ ਜੇ ਤੇ ਅਣਜਾਣ ਹੋਏ ਜਾਣੀ ਕਿ ਵੀ ਬੈਂਕ ਅਕਾਊਂਟ ਨੰਬਰ ਵੀ ਦੇ ਦਿੱਤਾ, ਬੈਂਕ ਦਾ ਬਾਕੀ ਸਾਰੀ ਆਪਣੀ ਵੀ ਦੇ ਦਿੱਤੀ, ਜਨਮ ਤਰੀਕ ਦੱਸਤੀ ਵਗੈਰਾ ਵਗੈਰਾ, ਤੇ ਫਿਰ ਤੇ ਬਣ ਗਈ ਉਹਨਾਂ ਦੀ ਗੱਲ ਜੀ। ਤੇ ਸੋ ਉਸ ਲਿਹਾਜ਼ ਨਾਲ ਇਹ ਹੈ ਵੀ ਬੈਂਕਸ ਵੱਲੋਂ ਜਾਣੀ ਐਡਵਾਈਜ਼ ਲੋਕਾਂ ਨੂੰ ਇਹੀ ਕੀਤਾ ਜਾ ਰਿਹਾ, ਪੁਲਿਸ ਦੇ ਵੱਲੋਂ ਵੀ, ਕਿ ਇਸ ਤਰ੍ਹਾਂ ਦੀ ਜਿਹੜੀ ਕਾਲ ਆਵੇ ਤੇ ਤੁਸੀਂ ਜਾਣੀ ਕਿ ਬਜਾਏ ਇਹਦੇ ਕਿ ਉਹਨੂੰ ਪਰਸਨਲ ਇਨਫੋਰਮੇਸ਼ਨ ਦੇਣੀ ਸ਼ੁਰੂ ਕਰ ਦਿਓ, ਤੁਸੀਂ ਆਪ ਉਹ ਕਾਲ ਕੱਟ ਕੇ ਆਪਣੇ ਬੈਂਕ ਨੂੰ, ਕ੍ਰੈਡਿਟ ਕਾਰਡ ਨੂੰ, ਉਹਨਾਂ ਦਾ ਜਿਹੜਾ ਆਥੋਰਾਈਜ਼ਡ ਨੰਬਰ ਆ ਉੱਤੇ ਕਾਲ ਕਰਕੇ ਪੁੱਛੋ ਵੀ ਕੀ ਮੇਰਾ ਜਿਹੜਾ ਕਾਰਡ ਦੀ ਕਾਲ ਆਈ ਆ ਵਾਕਈ ਡਿਸੇਬਲਡ ਆ, ਵਾਕਈ ਇਹ ਕੈਂਸਲ ਆ, ਜਾਂ ਵੀ ਕੁਝ ਹੋਇਆ ਕਿ ਨਹੀਂ। ਤੇ ਜੇ ਕੁਝ ਹੋਇਆ ਹੋਊਗਾ ਤੇ ਉਹ ਤੁਹਾਨੂੰ ਦੱਸ ਦੇਣਗੇ, ਹਨਾ। ਸੋ ਇਸ ਕਰਕੇ ਪੈਨਿਕ ਨਹੀਂ ਹੋਣਾ ਇੱਕਦਮ ਵੀ ਜੇ ਇੱਦਾਂ ਦੀ ਕਾਲ ਆਵੇ, ਤੇ ਤੁਸੀਂ ਪਹਿਲਾਂ 100% ਮੇਕ ਸ਼ੋਰ ਕਰਨਾ ਵੀ ਉਹ ਕਾਲ ਕਰਨ ਵਾਲੇ ਵਿਅਕਤੀ ਜਿਹੜੇ ਆ ਉਹ ਜੈਨੂਅਨ ਹਨ ਜੀ, ਉਹ ਫਰਾਡੀਏ ਹਨ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਡ ਡਿਸਏਬਲਡ ਸਕੈਮ ਦੀਆਂ ਕਈ ਸਾਰੀਆਂ ਕਾਲਸ ਬਰੈਂਪਟਨ ਮਿਸਿਸਾਗਾ ਦੇ ਵਿੱਚ ਪਿਛਲੇ ਦਿਨੀ ਆਈਆਂ ਜੀ। ਜੋਲ ਸਾਹਿਬ, ਅਗਲੀ ਖਬਰ ਅਸੀਂ ਵਧਦੇ ਹਾਂ ਜੀ, ਐਂਡ ਤੁਸੀਂ ਵੀ ਕਾਲ ਕਰ ਸਕਦੇ ਹੋ 9058131320। ਇੰਡੀਅਨ ਕੌਂਸਰਟ ਦੀ ਗੱਲਬਾਤ ਕਰ ਲਈਏ, ਟੋਰਾਂਟੋ ਦੇ ਵਿੱਚ ਜਿਹੜੇ ਵਾਕ ਇਨ ਸਰਵਿਸਿਜ਼ ਨੇ ਉਹ ਫਿਲਹਾਲ ਹੀ ਬੰਦ ਕੀਤੇ ਗਏ ਨੇ। ਹਾਂਜੀ, ਇਹ ਨਾ ਆਪਾਂ ਦੇਖੋ ਪਿਛਲੇ ਵੀਕਸ ਦੇ ਦੌਰਾਨ ਹੀ ਅਜੇ ਸਰਵਿਸ ਜਿਹੜੀ ਆ ਉਹ ਰੀਇਨਸਟੇਟ ਕੀਤੀ ਗਈ ਸੀਗੀ ਵਾਕ ਇਨ ਦੀ, ਜਿਹਦੇ ਵਿੱਚ ਕਿ ਕਾਫੀ ਉਹ ਜਿਹੜੀ ਬਿਲਡਿੰਗ ਹੈਗੀ ਆ ਟੋਰਾਂਟੋ ਡਾਊਨਟਾਊਨ ਦੇ ਵਿੱਚ ਵੀ ਉਹਦੇ ਜਿਹੜੀ ਮੈਨੇਜਮੈਂਟ ਆ ਉਹ ਕਰੋਨਾ ਵਾਇਰਸ ਕਰਕੇ ਕਾਫੀ ਲੰਬੇ ਸਮੇਂ ਤੋਂ ਜਿੰਨੇ ਵੀ ਉੱਥੇ ਬਿਜ਼ਨਸਿਸ ਹੈਗੇ ਆ ਵੀ ਉਹਦੇ ਵਿੱਚ ਵਾਕ ਇਨ ਸਰਵਿਸਿਜ਼ ਨਹੀਂ ਦਿੱਤੀਆਂ ਗਈਆਂ ਸੀਗੀਆਂ ਜੀ। ਪਰ ਹਜੇ ਕੋਈ ਰੀਇਨਸਟੇਟ ਕੀਤੇ ਇਹਨੂੰ ਇਹ ਸਰਵਿਸਿਜ਼ ਜਾਣੀ ਬਹੁਤਾ ਸਮਾਂ ਨਹੀਂ ਹੋਇਆ, ਪਰ ਕੋਵਿਡ ਦੀ ਜੋ ਸਿਚੁਏਸ਼ਨ ਬਣ ਰਹੀ ਆ ਹੁਣ ਫੇਰ ਕਿਹਾ ਜਾ ਰਿਹਾ ਜੀ ਵੀ ਇਹ ਇੰਡੀਅਨ ਕੌਂਸੂਲੇਟ ਟੋਰਾਂਟੋ ਦੇ ਵਿੱਚ ਵੀ ਆਪਾਂ ਬਿਨਾਂ ਉਹਨਾਂ ਨੂੰ ਦੱਸਿਆ ਐਵੇਂ ਉੱਠ ਕੇ ਨਹੀਂ ਉੱਥੇ ਪਹੁੰਚ ਸਕਦੇ ਲੈ ਕੇ ਆਪਣੇ ਕਾਗਜ਼ ਵੀ ਸਾਨੂੰ ਆਹ ਸਰਵਿਸ ਚਾਹੀਦੀ ਆ, ਮਤਲਬ ਕਿ ਵਾਕ ਇਨ ਉਹਨਾਂ ਨੇ ਬੰਦ ਕਰ ਦਿੱਤਾ। ਹਾਂਜੀ, ਵੀ ਜੇ ਉੱਥੇ ਜਾਣਾ ਆ ਕਿਸੇ ਤਰ੍ਹਾਂ ਦੀ ਕੋਈ ਅਟੈਸਟੇਸ਼ਨ ਚਾਹੀਦੀ ਆ, ਹਨਾ, ਤੁਸੀਂ ਕੋਈ ਪਾਸਪੋਰਟ ਦੀ ਸਰਵਿਸ ਚਾਹੀਦੀ, ਵੀਜ਼ਾ ਦੇ ਬਾਰੇ 'ਚ, ਜਾਂ ਫਿਰ OCI ਦੀ ਕੋਈ ਗੱਲ ਆ, ਕਿਸੇ ਤਰ੍ਹਾਂ ਦੀ ਵੀ ਅਪੁਆਇੰਟਮੈਂਟ ਜਾਣੀ ਕਿ ਤੋਂ ਬਿਨਾਂ ਉੱਥੇ ਫਿਰ ਉਹ ਥੱਲਿਓਂ ਹੀ ਮੋੜਦੇ ਆ, ਹਨਾ। ਰਾਈਟ। ਸੋ ਕੋਈ ਵੀ ਸਰਵਿਸ ਜਿਹੜੀ ਆ ਜੇ ਤੁਸੀਂ ਲੈਣ ਬਿਨਾਂ ਅਪੁਆਇੰਟਮੈਂਟ ਤੋਂ ਇੰਡੀਅਨ ਕੌਂਸੂਲੇਟ ਦੇ ਵਿੱਚ ਟੋਰਾਂਟੋ ਡਾਊਨਟਾਊਨ ਜਾਓਗੇ ਤੇ ਤੁਹਾਨੂੰ ਥੱਲਿਓਂ ਮੋੜ ਦਿੱਤਾ ਜਾਵੇਗਾ ਜੇ ਅਪੁਆਇੰਟਮੈਂਟ ਨਹੀਂ ਹੋਏਗੀ ਤਾਂ। ਸੋ ਅਪੁਆਇੰਟਮੈਂਟ ਜਿਹੜੀ ਆ ਉਹਨਾਂ ਦੀ ਵੈਬਸਾਈਟ ਤੇ ਉਹ ਸੰਪਰਕ ਵੈਬਸਾਈਟ ਦਾ ਲਿੰਕ ਪਿਆ, ਜਾਣੀ ਕਿ ਉੱਥੋਂ ਬਣਾਈ ਜਾ ਸਕਦੀ ਆ। ਵੀ ਉਹਦੇ ਵਿੱਚ ਕਈ ਵਾਰੀ ਟਾਈਮ ਵੀ ਲਾਉਂਦੇ ਨੇ, ਉਹ ਨਹੀਂ ਵੀ ਲੋਕਾਂ ਨੂੰ ਸਮੇਂ ਸਿਰ ਜਵਾਬ ਆਉਂਦਾ, ਬਹੁਤ ਸਾਰੀਆਂ ਲੋਕਾਂ ਦੇ ਆਪ ਆਪਣੀਆਂ ਕੰਪਲੇਂਟਸ ਹੈਗੀਆਂ, ਪਰ ਜਵਾਬ ਨਾ ਆਉਣ ਦਾ ਮਤਲਬ ਨਹੀਂ ਹੈਗਾ ਵੀ ਤੁਸੀਂ ਫਿਰ ਆਪੇ ਹੀ ਉੱਠ ਕੇ ਉੱਥੇ ਚੱਲ ਜਾਓ, ਤੁਹਾਡਾ ਟਾਈਮ ਖਰਾਬ ਹੋਏਗਾ, ਰਾਹ ਦੇ ਵਿੱਚ ਸਮਾਂ ਵੀ ਆਪਣਾ ਖਰਾਬ ਹੋਏਗਾ, ਉੱਥੇ ਪਾਰਕਿੰਗ ਵੀ ਨਹੀਂ ਮਿਲਦੀ ਤੇ ਮੋੜ ਵੀ ਉਹਨਾਂ ਨੇ ਥੱਲੇ ਹੀ ਦੇਣਾ ਤੁਹਾਨੂੰ, ਹਨਾ। ਸੋ ਤਦ ਕਰਕੇ ਇਹ ਆ ਵੀ ਇੰਡੀਅਨ ਕੌਂਸੂਲੇਟ ਇਹ ਜਿਹੜੀ ਹੁਣ ਸਿਚੁਏਸ਼ਨ ਬਣੀ ਆ ਕੋਵਿਡ ਦੀ, ਲੱਗਦਾ ਤਾਂ ਨਹੀਂਗਾ ਵੀ ਬਹੁਤੀ ਦੇਰ ਇਹ ਬੰਦ ਰਹੂਗੀ, ਪਰ ਅੱਜ ਦੀ ਰਿਐਲਿਟੀ ਇਹ ਆ ਵੀ ਵਾਕ ਇਨ ਜਿਹੜੀ ਆ ਸਰਵਿਸ ਉੱਥੇ ਬਿਨਾਂ ਅਪੁਆਇੰਟਮੈਂਟ ਤੋਂ ਨਹੀਂ ਜਾਇਆ ਜਾ ਸਕਦਾ। ਚੌ ਸਾਹਿਬ, ਲਾਸਟ ਕੁਐਸਚਨ ਫਿਰ ਆਪਾਂ ਵਾਈਂਡ ਅਪ ਕਰਦੇ ਹਾਂ ਜੀ, ਐਂਡ ਕਾਫੀ ਚੋਰੀਆਂ ਐਂਡ ਅਲਰਟ ਬਰੈਂਪਟਨ ਏਰੀਆ ਦੇ ਵਿੱਚ ਹੋ ਰਹੀਆਂ ਨੇ, ਤੁਸੀਂ ਕੀ ਕਹਿਣਾ ਚਾਹੋਗੇ ਇਸ ਗੱਲ ਨੂੰ ਲੈ ਕੇ? ਦੇਖੋ ਵੀ ਇਹ ਚੋਰੀਆਂ ਨਾ ਖਾਸ ਤੌਰ ਤੇ ਬਰੈਂਪਟਨ ਵੈਸਟ ਤੋਂ ਬੜੀਆਂ ਕਾਲਸ ਆ ਰਹੀਆਂ ਸੀਗੀਆਂ, ਵਾਰਡ 1 ਤੇ 5 ਆ ਜਿਹੜਾ, ਤੇ ਵਾਰਡ 9-10 ਦੇ ਵਿੱਚ ਵੀ ਹਾਲਤ ਇਹੀ ਹੈ, ਵਾਰਡ ਜਿਹੜਾ 7-8 ਹੈ ਉੱਥੋਂ ਵੀ ਕਾਫੀ ਸਾਰੇ ਜਿਹੜੇ ਵਿਕਟਮਸ ਆ ਜਾਣੀ ਜਿਨ੍ਹਾਂ ਦੀਆਂ ਗੱਡੀਆਂ ਚੋਰੀ ਹੋ ਰਹੀਆਂ, ਘਰਾਂ 'ਚ ਚੋਰੀਆਂ ਹੋ ਰਹੀਆਂ, ਉਹਨਾਂ ਦੀ ਅੱਜ ਫਿਰ ਵੱਡੀ ਸ਼ਿਕਾਇਤ ਇਹ ਹੁੰਦੀ ਆ ਵੀ ਚਲੋ ਚੋਰੀ ਤਾਂ ਹੋ ਗਈ ਪਰ ਉਸ ਤੋਂ ਬਾਅਦ ਪੁਲਿਸ ਨੇ ਵੀ ਕੱਖ ਨਹੀਂ ਕੀਤਾ। ਪਰ ਪੁਲਿਸ ਨੇ ਕੱਖ ਨਹੀਂ ਕੀਤਾ ਇਸ ਗੱਲ ਨਾਲ ਸਿਟੀ ਕੌਂਸਲਰ ਸਹਿਮਤ ਨਹੀਂ ਹੈ ਜੀ। ਵਾਰਡ ਤੇ 1 ਤੇ 5 ਆ ਨਾ ਜਿਹੜੇ ਉੱਥੇ ਹੈਗੇ ਪੌਲ ਵਿਸੈਂਟ ਜਿਹੜੇ ਉਹਨਾਂ ਦੇ ਕੌਂਸਲਰ, ਉੱਥੋਂ ਜਾਣੀ ਕਿ ਆਪਾਂ ਗੱਲ ਵੀ ਆ ਕੀਤੀ ਸੀਗੀ ਇਕੱਲੇ ਹਜੇ ਪ੍ਰੋਗਰਾਮ ਦੇ ਵਿੱਚ ਵੀ ਥੋੜੇ ਦਿਨਾਂ 'ਚ 40 ਗੱਡੀਆਂ ਚੋਰੀ ਹੋ ਗਈਆਂ। ਉਹ ਹੁਣ ਲੇਕਿਨ ਕਿ ਵੀ ਦੂਜੀ ਧਿਰ ਨੂੰ ਸੁਣਨਾ ਜ਼ਰੂਰੀ ਹੁੰਦਾ। ਪੌਲ ਦੇ ਨਾਲ ਮੇਰੀ ਗੱਲ ਹੋਈ ਸੀ ਸਿੱਧੀ, ਤੇ ਮੈਂ ਕਿਹਾ ਬਈ ਇਹ ਕੀ ਹੋ ਰਿਹਾ। ਪਹਿਲਾਂ ਤੇ ਉਹਨਾਂ ਨੇ ਕਿਹਾ ਜੀ ਵੀ ਇਹ ਜੇ ਹੁਣ ਪੁਲਿਸ ਨਹੀਂ ਆਉਂਦੀ ਦਾ ਮਤਲਬ ਇਹ ਨਹੀਂ ਵੀ ਉਹ ਕੁਛ ਕਰਦੇ ਨਹੀਂ, ਵੀ ਜਦੋਂ ਕੋਈ ਚੋਰੀ ਇਨ ਐਕਸ਼ਨ ਆ ਵੀ ਚੋਰ ਮੌਕੇ ਤੇ ਮੌਜੂਦ ਆ, ਜੇ ਉਸ ਵੇਲੇ ਪੁਲਿਸ ਨੂੰ ਕੋਈ ਕਾਲ ਕਰੇ ਤੇ ਉਹ ਆਉਂਦੇ ਨੇ ਤੁਰੰਤ ਵਿਦਿਨ 2 ਮਿੰਟਸ। ਉਹਨਾਂ ਨੇ ਕਿਹਾ ਵੀ ਉਸੇ ਏਰੀਏ ਦੇ ਵਿੱਚ ਹੀ ਰਾਤ ਨੂੰ 2 ਵਜੇ ਜਾਣੀ ਕਿ ਜਦੋਂ ਕੋਈ 2 ਚੋਰ ਘੁੰਮ ਰਹੇ ਸੀ ਤੇ ਉਸੇ ਵੇਲੇ ਜਦੋਂ ਕਾਲ ਪੁਲਿਸ ਨੂੰ ਗਈ 2 ਮਿੰਟਾਂ ਜਾ ਕੇ ਉਹਨਾਂ ਨੇ ਉਹਨਾਂ ਨੂੰ ਫੜਿਆ। ਚੋਰੀ ਹੋ ਜਾਂਦੀਆਂ ਗੱਡੀਆਂ ਬਹੁਤ ਸਾਰੀਆਂ ਕਹਿੰਦੇ ਵੀ ਉਹਨਾਂ ਨੇ ਰਿਕਵਰ ਵੀ ਕੀਤੀਆਂ ਨੇ। ਸੋ ਕਹਿਣ ਦਾ ਮਤਲਬ ਇਹ ਆ ਵੀ ਉਹ ਕਹਿੰਦੇ ਆ ਵੀ ਜਿਹੜਾ ਇਹ ਚੋਰੀਆਂ ਦੇ ਸਿਲਸਿਲੇ ਦੇ ਵਿੱਚ ਜਾਣੀ ਪੌਲ ਵਿਸੈਂਟ ਜਿਹੜੇ ਆਪਣੇ ਵਾਰਡ ਦੇ ਲੋਕਾਂ ਨੂੰ ਇਹ ਸਮਝਾਉਣਾ ਚਾਹੁੰਦੇ ਆ ਵੀ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਆ। ਵੀ ਲੋਕਾਂ ਨੂੰ ਜਿਹੜਾ ਲੱਗਦਾ ਵੀ ਚੋਰੀ ਹੋਣ ਤੋਂ ਬਾਅਦ ਪੁਲਿਸ ਆਈ ਨਹੀਂ, ਜਦੋਂ ਉਹਨਾਂ ਨੂੰ ਪੁੱਛਿਆ ਵੀ ਇਸ ਸਵਾਲ ਦਾ ਜਵਾਬ ਕੀ ਆ ਵੀ ਲੋਕ ਚਾਹੁੰਦੇ ਆ ਵੀ ਜਦੋਂ ਅਸੀਂ ਫੋਨ ਕੀਤਾ ਪੁਲਿਸ ਤੇ 3-3 ਦਿਨ ਨਹੀਂ ਆਉਂਦੀ। ਉਹ ਕਹਿੰਦੇ ਵੀ ਜਦੋਂ ਚੋਰੀ ਹੋ ਗਈ, ਚੋਰ ਲੈ ਹੀ ਗਏ ਤੇ ਪੁਲਿਸ ਨੇ ਉੱਥੇ ਆ ਕੇ ਕਰਨਾ ਕੀ ਆ। ਪੁਲਿਸ ਨੇ ਤਾਂ ਹੁਣ ਕੋਸ਼ਿਸ਼ ਕਰਨੀ ਆ ਵੀ ਉਹ ਗੱਡੀ ਰਿਕਵਰ ਹੋ ਜਾਏ।
ਸੋ ਪੁਲਿਸ ਨੇ ਉਦੋਂ ਆਉਣਾ ਜਦੋਂ ਕਿਤੇ ਚੋਰ ਜਾਂ ਵਾਰਦਾਤ ਜਿੱਥੇ ਹੋ ਰਹੀ ਆ ਉੱਥੇ ਸਸਪੈਕਟਸ ਮੌਕੇ ਤੇ ਮੌਜੂਦ ਹੈਗੇ ਆ ਤੇ ਕਾਲ ਆ ਗਈ ਕਿ ਹਾਂਜੀ ਆ ਬੰਦੇ ਇੱਥੇ ਹੈਗੇ, ਆ ਕੇ ਫੜ ਲਓ। ਫਿਰ ਉਹ ਐਕਸ਼ਨ ਚ ਆਉਣਗੇ। ਤੇ ਜੇ ਕਹਿੰਦੇ ਆ ਵੀ ਚੋਰੀ ਰਾਤੀ ਹੋ ਗਈ, ਅਸੀਂ ਹੁਣ ਉੱਠੇ ਆ ਤੇ ਹੁਣ ਪਤਾ ਲੱਗਾ ਕੱਲ ਹੋਈ ਸੀ, ਫਿਰ ਨਹੀਂ ਉਹਨਾਂ ਨੇ ਉਸੇ ਵੇਲੇ ਆਉਣਾ, ਫਿਰ ਇਹ ਐਮਰਜੈਂਸੀ ਨਹੀਂ ਹੈਗੀ। ਦੂਸਰਾ ਨਾਲ ਲੱਗਦਾ ਮੈਂ ਕਿਹਾ ਜੀ ਯੂਨੀਵਰਸਿਟੀ ਬਾਰੇ ਕੀ ਅਪਡੇਟ ਆ? ਕਹਿੰਦੇ ਵੀ ਹੁਣ ਕੁਝ ਮਤਲਬ ਸਟਾਲ ਹੋ ਗਿਆ ਸਾਰਾ ਪਲਾਨ, ਕੁਝ ਹੋ ਹੀ ਨਹੀਂ ਰਿਹਾ ਅੱਗੇ। ਇਹ ਗੱਲ ਠੀਕ ਹੈ ਵੀ ਹਾਲ ਦੀ ਘੜੀ ਕੁਛ ਨਹੀਂ ਹੋ ਰਿਹਾ, ਪਰ ਜੋ ਬਰੈਂਪਟਨ ਸਿਟੀ ਵੱਲੋਂ ਕੀਤਾ ਜਾ ਸਕਦਾ ਸੀਗਾ ਅਸੀਂ ਉਹ ਪੂਰਾ ਕੰਮ ਕਰਕੇ ਆਪਣਾ ਪ੍ਰੋਵਿੰਸ ਨੂੰ ਸੌਂਪ ਦਿੱਤਾ ਤੇ ਹੁਣ ਪ੍ਰੋਵਿੰਸ ਨੇ ਸਾਨੂੰ ਜਵਾਬ ਦੇਣਾ। ਬਿਲਕੁਲ। ਫਿਰ ਗੱਲ ਹੋਈ ਵੀ ਇਲੈਕਸ਼ਨ ਆ ਗਈ ਆ, ਫਿਰ ਹੁਣ ਸਭ ਤੋਂ ਢੁਕਵਾਂ ਸਮਾਂ ਆ, ਉਹਨਾਂ ਨੂੰ ਲੌਬੀ ਕਰੋ, ਉਹਨਾਂ ਨੂੰ ਐਕਟਿਵ ਕਰੋ। ਤੇ ਉਹ ਕਹਿ ਰਹੇ ਆ ਜੀ ਵੀ ਅਸੀਂ ਇੱਥੇ ਕੰਮ ਕਰ ਰਹੇ ਹਾਂ ਤੇ ਬਰੈਂਪਟਨ ਦੇ ਵਿੱਚ ਯੂਨੀਵਰਸਿਟੀ ਜਿਹੜੀ ਆ ਉਹ ਰਿਐਲਿਟੀ ਹੋਏਗੀ, ਆਉਣ ਵਾਲੇ ਸਮੇਂ ਦੇ ਵਿੱਚ ਬਣੇਗੀ ਜੀ। ਪੌਲ ਨੇ ਆਪ ਕਿਹਾ ਜੀ ਵੀ ਮੇਰੀਆਂ 2 ਬੇਟੀਆਂ ਜਿਹੜੀਆਂ ਉਹ ਤੇ ਸ਼ਾਇਦ ਬਰੈਂਪਟਨ ਦੀ ਯੂਨੀਵਰਸਿਟੀ 'ਚ ਨਾ ਪੜ੍ਹ ਸਕਣ, ਪਰ ਮੇਰਾ ਬੇਟਾ ਜਿਹੜਾ ਜੇ ਛੋਟਾ ਆ ਮੈਨੂੰ ਆਸ ਹੈ ਵੀ ਉਹਦੇ ਕੋਲ ਆਪਸ਼ਨ ਹੋਏਗੀ ਵੀ ਬਰੈਂਪਟਨ ਦੀ ਯੂਨੀਵਰਸਿਟੀ 'ਚੋਂ ਪੜ੍ਹ ਸਕੇਗਾ। ਕਿਆ ਬਾਤ ਹੈ। ਸੋ ਭਾਵੇਂ ਕਿ ਹਜੇ ਪ੍ਰੋਗਰਾਮ ਉਹ ਕਹਿੰਦੇ ਵੀ ਸਟਾਲਡ ਹੈ, ਪਰ ਇਹਦੇ ਵਿੱਚ ਬਰੈਂਪਟਨ ਸਿਟੀ ਕੌਂਸਲ ਕਰਕੇ ਨਹੀਂ, ਪ੍ਰੋਵਿੰਸ਼ੀਅਲ ਗਵਰਨਮੈਂਟ ਕਰਕੇ ਥੋੜੀ ਜਿਹੀ ਪ੍ਰੋਗਰੈਸ ਰੁਕੀ ਹੋਈ ਆ, ਪਰ ਇੱਥੇ ਉਹ ਕੰਮ ਕਰ ਰਹੇ। ਜੀ ਸੋ ਯੂ ਹਰਡ ਇਟ ਫਰਮ ਸਤਪਾਲ ਸਿੰਘ ਜੋਹਲ ਕਿ ਬਰੈਂਪਟਨ ਯੂਨੀਵਰਸਿਟੀ ਆਵੇਗੀ, ਕਦੋਂ ਆਵੇਗੀ ਰੱਬ ਜਾਣਦਾ, ਪਰੰਤੂ ਇਲੈਕਸ਼ਨਸ ਟਾਈਮ ਹੈ ਜੀ, ਲੋਲੀਪੌਪਸ ਦੇਖਣ ਨੂੰ ਤੇ ਸੁਣਨ ਨੂੰ ਜ਼ਰੂਰ ਮਿਲਣਗੀਆਂ। ਸੋ ਜੋਹਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਐਂਡ ਤੁਸੀਂ ਜੋਹਲ ਸਾਹਿਬ ਦੇ ਨਾਲ ਕੋਈ ਵੀ ਗੱਲਬਾਤ ਕਰ ਸਕਦੇ ਹੋ, ਤੁਹਾਡੇ ਵਾਸਤੇ ਕੋਈ ਵੀ ਕਮਿਊਨਿਟੀ ਇਨਫੋਰਮੇਸ਼ਨ, ਕੋਈ ਵੀ ਤੁਸੀਂ ਤੁਹਾਡੇ ਕੋਲ ਖਬਰ ਹੈ ਵਿਦ ਪ੍ਰੂਫ ਤੁਸੀਂ ਜੋਹਲ ਸਾਹਿਬ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ 416-895-3784 416-895-3784 ਹਾਈ ਹੈਲੋ ਕਰਕੇ ਤੇ ਜੋਹਲ ਸਾਹਿਬ ਦੇ WhatsApp ਗਰੁੱਪ ਦੇ ਵਿੱਚ ਤੁਸੀਂ ਸ਼ਾਮਲ ਹੋ ਸਕਦੇ ਹੋ। ਅਗੇਨ ਨੰਬਰ 416-895-3784। ਜੋਹਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ ਸੋ ਮਚ। ਥੈਂਕ ਯੂ ਸੋ ਮਚ ਜੋਹਲ ਸਾਹਿਬ। ਆਲਰਾਈਟ, ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।